हाँ जी, बहुत ही प्यारे विद्यार्थियों, स्वागत है ਤੁਹਾਡਾ। ਅੱਜ ਫਿਰ ਡੇਲੀ ਡੋਜ਼ 8ਵੀਂ ਜਮਾਤ ਦੀ ਸਮਾਜਿਕ ਸਿੱਖਿਆ ਦੀ ਲੈ ਕੇ ਹਾਜ਼ਰ ਹਾਂ। ਜਿਹੜਾ ਪਾਠ ਨੰਬਰ 11 ਚੱਲ ਰਿਹਾ ਸੀ ਉਸ ਦੀ ਅਗਲੀ ਕੜੀ। ਅੱਜ ਅਸੀਂ ਬੇਟਾ ਪੇਜ ਨੰਬਰ 140 ਤੇ ਮਹੱਤਵਪੂਰਨ ਤੱਥ ਜਿਹੜੇ ਨੇ ਉਹਨਾਂ ਨੂੰ ਪੜ੍ਹਾਂਗੇ ਅਤੇ ਸਮਝਾਂਗੇ ਕਿ ਅੰਗਰੇਜ਼ਾਂ ਦੀ ਭਾਰਤ ਨੂੰ ਇੱਕ ਮਹੱਤਵਪੂਰਨ ਜਿਹੜੀ ਦੇਣ ਸੀ ਉਹ ਸੀ ਨਿਆਂ ਵਿਵਸਥਾ ਕਾਇਮ ਕਰਨਾ ਅਤੇ ਲਿਖਤੀ ਕਾਨੂੰਨ ਬਣਾਉਣਾ। ਵਾਰਨ ਹੇਸਟਿੰਗਜ਼ ਨੇ ਜ਼ਿਲ੍ਹਿਆਂ ਦੇ ਵਿੱਚ ਦੀਵਾਨੀ ਅਦਾਲਤ ਅਤੇ ਸਦਰ ਨਿਜ਼ਾਮਤ ਅਦਾਲਤ ਇਹ ਸਥਾਪਿਤ ਕੀਤੀਆਂ ਸੀ। 1773 ਦੇ ਵਿੱਚ ਰੈਗੂਲੇਟਿੰਗ ਐਕਟ ਪਾਸ ਹੋਇਆ ਸੀ, ਜਿਸ ਦੇ ਅਨੁਸਾਰ ਕਲਕੱਤੇ ਵਿੱਚ ਸਰਵ ਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ਸੀ, ਜਿਸ ਦੇ ਨਿਆਧੀਸ਼ਾਂ ਦੇ ਮਾਰਗਦਰਸ਼ਨ ਦੇ ਲਈ ਬਾਅਦ ਵਿੱਚ ਲਾਰਡ ਕਾਰਨਵਾਲਿਸ ਨੇ ਕਾਰਨਵਾਲਿਸ ਕੋਡ ਨਾਮ ਦੀ ਇੱਕ ਪੁਸਤਕ ਤਿਆਰ ਕਰਵਾਈ ਸੀ। ਇਹ ਕਾਨੂੰਨਾਂ ਦਾ ਸੰਗ੍ਰਹਿ ਕਰਨ ਵਾਸਤੇ ਇੱਕ ਕੋਸ਼ਿਸ਼ ਸੀ। ਫਿਰ 1833 ਦੇ ਵਿੱਚ ਇੱਕ ਚਾਰਟਰ ਐਕਟ ਪਾਸ ਹੋਇਆ, ਜਿਸ ਦੇ ਅਨੁਸਾਰ ਕਾਨੂੰਨਾਂ ਦਾ ਸੰਗ੍ਰਹਿ ਕਰਨ ਵਾਸਤੇ ਇੰਡੀਅਨ ਲਾਅ ਕਮਿਸ਼ਨ ਦੀ ਸਥਾਪਨਾ ਕੀਤੀ ਗਈ। ਗਵਰਨਰ ਜਨਰਲ ਨੂੰ ਸਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਦਿੱਤਾ ਗਿਆ। ਸਾਰੇ ਸਾਮਰਾਜ ਵਿੱਚ ਕਾਨੂੰਨ ਦਾ ਸ਼ਾਸਨ ਲਾਗੂ ਕਰ ਦਿੱਤਾ ਗਿਆ, ਜਿਸ ਦੇ ਅਨੁਸਾਰ ਸਾਰੇ ਭਾਰਤੀ ਲੋਕ ਬਿਨਾਂ ਧਰਮ ਅਤੇ ਜਾਤੀ ਦੇ ਭੇਦਭਾਵ ਦੇ ਕਾਨੂੰਨ ਦੀ ਨਜ਼ਰ ਦੇ ਵਿੱਚ ਬਿਲਕੁਲ ਬਰਾਬਰ ਸਨ। ਪਰੰਤੂ ਅਸਲ ਵਿੱਚ ਭਾਰਤੀਆਂ ਨੂੰ ਯੂਰੋਪੀਅਨਾਂ ਦੇ ਸਮਾਨ ਨਾ ਸਮਝਿਆ ਗਿਆ ਅਤੇ ਉਹਨਾਂ ਨੂੰ ਕੁਝ ਵਿਸ਼ੇਸ਼ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ ਸੀ। ਤੋ ਭਾਰਤੀ ਜੱਜਾਂ ਨੂੰ ਯੂਰੋਪੀਅਨਾਂ ਦੇ ਮੁਕੱਦਮਿਆਂ ਦਾ ਫੈਸਲਾ ਕਰਨ ਦਾ ਅਧਿਕਾਰ ਪ੍ਰਾਪਤ ਨਹੀਂ ਸੀ। ਹਾਲਾਂਕਿ ਜੱਜਾਂ ਦੀ ਨਿਯੁਕਤੀ ਭਾਰਤੀਆਂ ਦੀ ਹੋਣ ਲੱਗ ਪਈ ਸੀ, ਲੇਕਿਨ ਯੂਰਪੀਅਨਸ ਜਿਹੜੇ ਸੀ ਉਹਨਾਂ ਦੇ ਉੱਪਰ ਜੇ ਕੋਈ ਮੁਕੱਦਮਾ ਚੱਲਦਾ ਸੀ ਤਾਂ ਉਹਨਾਂ ਦੇ ਉੱਪਰ ਕਾਰਵਾਈ ਕਰਨ ਦਾ ਜਿਹੜਾ ਅਧਿਕਾਰ ਭਾਰਤੀ ਜੱਜਾਂ ਨੂੰ ਨਹੀਂ ਸੀ। ਲਾਰਡ ਰਿਪਨ ਨੇ ਕੋਸ਼ਿਸ਼ ਕੀਤੀ ਸੀ ਇਲਬਰਟ ਬਿੱਲ ਰਾਹੀਂ ਭਾਰਤੀ ਜੱਜਾਂ ਨੂੰ ਅਜਿਹਾ ਅਧਿਕਾਰ ਦੇ ਦਿੱਤਾ ਜਾਏ, ਪਰ ਉਹ ਸਫਲ ਨਹੀਂ ਹੋ ਸਕਿਆ। ਬੇਟਾ ਇਹ ਅਸੀਂ ਹੁਣ ਤੱਕ ਕੁਝ ਗੱਲਾਂ ਨੂੰ ਜਾਣਿਆ ਕਿ ਅੰਗਰੇਜ਼ਾਂ ਨੇ ਨਿਆਂਪਾਲਿਕਾ ਦੀ ਸਥਾਪਨਾ ਭਾਰਤ ਵਿੱਚ ਕੀਤੀ, ਕਾਨੂੰਨਾਂ ਦਾ ਸੰਗ੍ਰਹਿ ਕੀਤਾ ਅਤੇ ਕਿਸ ਤਰੀਕੇ ਨਾਲ ਕਾਨੂੰਨ ਵਿਵਸਥਾ ਦੇ ਵਿੱਚ ਸੁਧਾਰ ਕੀਤੇ। ਹੁਣ ਅਸੀਂ ਇਹਨਾਂ ਦਾ ਅਭਿਆਸ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਇੰਡੀਅਨ ਲਾਅ ਕਮਿਸ਼ਨ ਦੀ ਸਥਾਪਨਾ ਕਦੋਂ ਅਤੇ ਕਿਉਂ ਕੀਤੀ ਗਈ? ਬੇਟਾ ਅਸੀਂ ਹੁਣੇ ਹੀ ਪੜ੍ਹਿਆ ਸੀ ਕਿ ਇੰਡੀਅਨ ਲਾਅ ਕਮਿਸ਼ਨ ਜਿਹੜਾ ਸੀ ਇਹ ਬਣਾਇਆ ਗਿਆ ਸੀ 1833 ਦੇ ਚਾਰਟਰ ਐਕਟ ਦੇ ਅਧੀਨ, ਅਤੇ ਕਿਸ ਲਈ? ਕਾਨੂੰਨਾਂ ਦਾ ਸੰਗ੍ਰਹਿ ਕਰਨ ਵਾਸਤੇ ਇਸ ਦੀ ਸਥਾਪਨਾ ਕੀਤੀ ਗਈ ਸੀ। ਦੂਸਰਾ ਹੈ, ਨਿਆਂ ਵਿਵਸਥਾ ਅਧੀਨ ਜ਼ਿਲ੍ਹੇ ਵਿੱਚ ਦੀਵਾਨੀ ਅਤੇ ਸਦਰ ਨਿਜ਼ਾਮਤ ਅਦਾਲਤ ਕਿਸ ਨੇ ਸਥਾਪਿਤ ਕੀਤੀ? ਸਭ ਤੋਂ ਸ਼ੁਰੂ ਵਿੱਚ ਅਸੀਂ ਪੜ੍ਹਿਆ ਸੀ ਕਿ ਵਾਰਨ ਹੇਸਟਿੰਗਸ ਜਿਹੜਾ ਸੀ ਉਸ ਨੇ ਦੀਵਾਨੀ ਅਦਾਲਤਾਂ ਅਤੇ ਸਦਰ ਨਿਜ਼ਾਮਤ ਅਦਾਲਤਾਂ ਦੀ ਸਥਾਪਨਾ ਕੀਤੀ ਸੀ। ਕਾਨੂੰਨ ਦੇ ਸ਼ਾਸਨ ਤੋਂ ਕੀ ਭਾਵ ਹੈ? ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਅੰਗਰੇਜ਼ਾਂ ਨੇ ਭਾਰਤ ਵਿੱਚ ਕਾਨੂੰਨ ਦਾ ਸ਼ਾਸਨ ਲਾਗੂ ਕੀਤਾ ਸੀ। ਇਸ ਦਾ ਅਰਥ ਇਹ ਸੀ ਕਿ ਭਾਰਤੀ ਲੋਕਾਂ ਨੂੰ ਬਿਨਾਂ ਧਰਮ ਅਤੇ ਜਾਤੀ ਦੇ ਭੇਦਭਾਵ ਦੇ ਕਾਨੂੰਨ ਦੇ ਸਾਹਮਣੇ ਬਰਾਬਰ ਸਮਝਿਆ ਜਾਏਗਾ, ਯਾਨੀ ਕਿ ਕਾਨੂੰਨ ਦੀ ਨਜ਼ਰ ਵਿੱਚ ਸਭ ਬਰਾਬਰ ਹੋਣਗੇ। ਖਾਲੀ ਸਥਾਨ ਭਰੋ। 1773 ਦੇ ਰੈਗੂਲੇਟਿੰਗ ਐਕਟ ਅਨੁਸਾਰ ਕਲਕੱਤੇ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ। ਡੈਸ਼ ਦੀ ਸਰਕਾਰ ਨੇ, ਲਾਰਡ ਰਿਪਨ ਦੀ ਸਰਕਾਰ ਨੇ ਇਲਬਰਟ ਬਿੱਲ ਰਾਹੀਂ ਭਾਰਤੀ ਜੱਜਾਂ ਨੂੰ ਅਜਿਹਾ ਅਧਿਕਾਰ ਦੇਣਾ ਚਾਹਿਆ, ਪਰ ਅਸਫਲ ਰਿਹਾ। ਸਹੀ ਗਲਤ ਦੱਸਣਾ ਬੇਟਾ। 1773 ਈਸਵੀ ਦੇ ਰੈਗੂਲੇਟਿੰਗ ਐਕਟ ਅਨੁਸਾਰ ਕਲਕੱਤੇ ਵਿੱਚ ਸਰਵ ਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ। ਸੋ ਦਿਸ ਇਜ਼ ਰਾਈਟ ਆਨਸਰ। ਲਾਰਡ ਰਿਪਨ ਨੇ ਕਾਰਨਵਾਲਿਸ ਕੋਡ ਨਾਂ ਦੀ ਇੱਕ ਪੁਸਤਕ ਤਿਆਰ ਕਰਵਾਈ? ਨਹੀਂ, ਇਹ ਗਲਤ ਹੈ ਬੇਟਾ। ਕਾਰਨਵਾਲਿਸ ਕੋਡ ਲਾਰਡ ਕਾਰਨਵਾਲਿਸ ਨੇ ਹੀ ਤਿਆਰ ਕਰਵਾਇਆ ਸੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਇਹਨਾਂ ਅਭਿਆਸ ਦੇ ਪ੍ਰਸ਼ਨਾਂ ਨੂੰ ਤੁਸੀਂ ਰਿਵਾਈਜ਼ ਕਰੋ, ਲੈਸਨ ਨੂੰ 2-3 ਵਾਰ ਸੁਣੋ। ਬਹੁਤ ਬਹੁਤ ਥੈਂਕ ਯੂ।